नमस्ते दोस्तों। अमृता प्रीतम जी ਅੱਜ ਸਾਡੇ ਵਿਚਕਾਰ ਹੁੰਦੇ ਤੇ ਅੱਜ ਸਾਡੇ ਨਾਲ ਹੁੰਦੇ ਤੇ ਅੱਜ ਉਹ 102 ਸਾਲ ਦੇ ਹੁੰਦੇ। ਉਹਨਾਂ ਦੇ ਜਨਮ ਦਿਨ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਬਾਰੇ। ਵੈਸੇ ਤਾਂ ਅਸੀਂ ਤਕਰੀਬਨ ਹੀ ਜਾਣਦੇ ਹਾਂ ਕਿ ਅਮ੍ਰਿਤਾ ਪ੍ਰੀਤਮ ਜਿਹੜੀ ਸੀ ਉਹ ਬਹੁਤ ਸ਼ਾਨਦਾਰ ਖੂਬਸੂਰਤ ਲੇਖਿਕਾ ਸੀ। ਅਗਰ ਅਸੀਂ ਗੱਲ ਕਰੀਏ ਅਮ੍ਰਿਤਾ ਪ੍ਰੀਤਮ ਬਾਰੇ, ਜ਼ਰੂਰੀ ਨਹੀਂ ਕਿ ਕਈ ਵਾਰ ਹੁੰਦਾ ਕਿ ਸਿਰਫ ਸਾਹਿਤਯ ਨਾਲ ਜੁੜੇ ਹੋਏ ਲੋਕ ਹੀ ਕਿਸੇ ਰਾਈਟਰ ਨੂੰ ਬਹੁਤ ਜ਼ਿਆਦਾ ਜਾਣਦੇ ਨੇ। ਆਪਾਂ ਕਈ ਵਾਰ ਗੱਲ ਕਰਦੇ ਨੇ, ਪਰ ਅਮ੍ਰਿਤਾ ਪ੍ਰੀਤਮ ਇੱਕ ਇੱਦਾਂ ਦੀ ਲੇਖਿਕਾ ਸੀ ਜਿਨ੍ਹਾਂ ਨੂੰ ਹਰ ਘਰ ਦੇ ਵਿੱਚ ਅੱਜ ਵੀ ਅਗਰ ਅਸੀਂ ਗੱਲ ਕਰੀਏ ਤੇ ਬੱਚਾ ਵੀ ਜਾਣਦਾ ਹੈ। ਉਹ ਚਾਹੇ ਉਹਨਾਂ ਦੀ ਲੇਖਣੀ ਕਾਰਨ ਉਹਨਾਂ ਨੂੰ ਅਸੀਂ ਜਾਣਦੇ ਹੋਈਏ, ਚਾਹੇ ਸਾਹਿਤ ਤੇ ਇਮਰੋਜ਼ ਤੇ ਪ੍ਰੇਮ ਦੇ ਕਾਰਨ ਜਾਣਦੇ ਹੋਈਏ, ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਮ੍ਰਿਤਾ ਪ੍ਰੀਤਮ ਜਿਹੜੀ ਹੈਗੇ ਆ ਉਹ ਜਾਣਦੇ ਲੇਖਿਕਾ ਸੀ। ਉਹਨਾਂ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਪ੍ਰੇਮ ਪ੍ਰਕਾਸ਼ ਜੀ ਨਾਲ। ਪ੍ਰੇਮ ਪ੍ਰਕਾਸ਼ ਜੀ ਪੰਜਾਬੀ के वरिष्ठ लेखक ने और प्रेम प्रकाश जी ने कई बार अपने इंटरव्यू और लिखा होया भी, मैं उन्होंने पढ़िया है कि उन्होंने एक गल लिखी है कि अगर मेरी कहानी के विच इस्त्री पात्र का जे जिक्र ना हो तो मेरा पेन नहीं चलता। तो मैं लगता है कि हुण चलो पेन तो नहीं है, पर असी गलबात जी हैगी उन्होंने अमृता प्रीतम बारे करांगे। तो क्योंकि इस्त्री लेखिका ने वो मिले भी हुए ने, तो उन्होंने बारे असीं हुण जिहड़ा हैगा प्रेम प्रकाश जी तो ही जानना चाहते हैं उन्होंने व्यक्तित्व बारे कि की सोचते हैं। अमृता प्रीतम बारे की तुसीं सोचते हो, व्यक्तित्व किदां दा उन्हां दा है? मैं ਉਹਨਾਂ ਨੂੰ ਪਹਿਲਾਂ ਮੇਰੀਆਂ ਕਹਾਣੀਆਂ ਛਪਦੀਆਂ ਸੀਗੀਆਂ ਬਾਕਾਇਦਾ ਆਮ ਜਿਹੜੇ ਨੌਜਵਾਨ ਸੀਗੇ ਉਹ ਛਪਦੇ ਸੀ। ਉਦੋਂ ਮੈਂ 2-3 ਵਾਰੀ ਮਿਲੇ। ਮੇਰੇ ਨਾਲ ਤਾਂ ਉਸ ਵੇਲੇ ਕਿਉਂਕਿ ਮੈਂ ਵੀ ਜਵਾਨ ਸੀਗਾ ਅਤੇ ਉਹ ਵੀ ਯੰਗ ਲੱਗਦੇ ਸੀ। ਵੈਸੇ ਮੇਰੇ ਨਾਲ ਉਮਰ 'ਚ ਵੱਡੇ ਸੀ ਅਤੇ ਇਸ ਹੱਦ ਤੱਕ ਅਸੀਂ ਅੱਛੀਆਂ ਗੱਲਾਂ ਕਰਦੇ ਕਿਉਂਕਿ ਮੇਰੀਆਂ ਕਹਾਣੀਆਂ ਕਰਮ ਹੁੰਦੀਆਂ ਸੀ ਅਤੇ ਉਹ ਇਸੇ ਲਈ ਪਸੰਦ ਕਰਦੇ ਸੀ। ਉਹ ਗਰਮੀ ਹੋਣ ਕਰਕੇ ਫਿਰ ਉਹਨੇ ਮੈਂ 2 ਵਾਰ ਦੂਜੀ ਵਾਰ ਜਾ ਗਿਆ, ਉਹ ਬਹੁਤ ਖੁਸ਼ ਹੋਇਆ। ਅੱਜ ਮੈਂ ਮਿਲਣਾ ਸੀ ਪ੍ਰੇਮ ਪ੍ਰਕਾਸ਼ ਦੇ ਨੂੰ, ਮੈਂ ਕਿਵੇਂ ਮਿਲਣਾ, ਬਸ ਉਵੇਂ ਬੈਠਣਾ ਸੀ। ਅਤੇ ਅਸੀਂ ਫਿਰ ਉਹਨੂੰ ਸ਼ਰਾਬ ਕੱਢੀ, ਫਿਰ ਅਸੀਂ 2 ਜਣੇ ਪੈਗ ਲੈਂਦੇ ਰਹੇ। 2-3 ਪੈਗ ਲੈ ਕੇ ਮੈਂ ਬੰਦ ਕਰ ਦਿੱਤੇ ਵੀ ਚਲੋ ਬਹੁਤ ਜ਼ਿਆਦਾ। ਮੈਂ ਕਿਹਾ ਮੈਂ ਸ਼ਹਿਰ ਜਾਣਾ, ਕਈਆਂ ਹੋਰਾਂ ਨੂੰ ਮਿਲਣਾ, ਕਿਤੇ ਪੁੱਠੀਆਂ ਗੱਲਾਂ ਨਾ ਕਰ ਲਈਏ। ਕੋਈ ਹੱਸਦੇ ਰਹੇ, ਮਾਹੌਲ ਕਰਦੇ ਰਹੇ, ਦੱਸਦੇ ਰਹੇ, ਫਿਰ ਕੱਲ੍ਹ ਨੂੰ ਜਾਂਦੇ ਹੋਏ ਮਿਲ ਕੇ ਜਾਏਗਾ ਇਸ ਤਰ੍ਹਾਂ। ਮੈਂ ਕਿਹਾ ਚੰਗਾ। ਉਹ ਇੱਕ ਐਵੇਂ ਹੀ ਜੀ ਕਰ ਜਾਂਦਾ ਕੋਈ ਪਰਸਨੈਲਿਟੀ ਕਿਉਂ ਪਸੰਦ ਹੈ ਸਾਨੂੰ, ਇਹ ਨਹੀਂ ਹੈ ਵੀ ਉਹਦੇ ਲਿਖਣ ਵਾਲੇ ਕੁਛ ਮੇਰੀਆਂ ਕਹਾਣੀਆਂ ਕਰੀ ਕੋਈ ਮੇਰੇ ਲਗਾਤਾਰ ਛਾਪਦੀਆਂ ਹੁੰਦੀਆਂ ਸੀਗੀਆਂ। ਉਹ ਆਪ ਵੀ ਬੋਲਡ ਸੀਗੇ ਜਾਂਦੇ ਆ ਇਸੇ ਲਈ ਯਾਨੀ ਉਹਦੇ ਵਰਗੀਆਂ ਕਹਾਣੀਆਂ ਮੇਰੇ ਵਰਗੀ ਕਹਾਣੀਕਾਰ ਲਿਖ ਸਕਦੇ, ਹੋਰ ਨਹੀਂ ਲਿਖਦੇ। ਅਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਵਾਰੀ ਇੱਕ ਮੇਰੀ ਕਹਾਣੀ ਮੈਂ ਭੇਜੀ, ਮੇਰਾ ਖਿਆਲ ਸੀ ਉਹ ਛਾਪਣੀ, ਉਹਦਾ ਨਾਮ ਸੀ ਤਾਸ਼। ਉਹਦਾ ਸਬਜੈਕਟ ਜਿਹੜਾ ਸੀ ਨਾ ਬਹੁਤ ਮੁਸ਼ਕਿਲ ਸੀਗਾ, ਸੈਕਸੁਅਲਿਟੀ ਦੇ ਸੀਗਾ, ਰਿਟੈਂਸ਼ਨ ਬਾਰੇ। ਅਤੇ ਉਹਨੇ ਪੜ੍ਹਿਆ, ਪੜ੍ਹ ਕੇ ਉਹਨੇ ਮੈਨੂੰ ਫੋਨ ਚਿੱਠੀ ਆ ਗਈ ਅਸੀਂ ਕਹਾਣੀ ਛਾਪ ਰਹੇ। ਮੈਂ ਕਹਿਣਾ ਸੀ ਵੀ ਕਿਸੇ ਨੇ ਛਾਪ ਲਈ, ਉਹ ਛਾਪ ਛੱਡੀ, ਉਹ ਛਾਪ ਛੱਡ ਕੇ ਫਿਰ ਉਹ ਕਹਾਣੀ ਕਿਸੇ ਦੇ ਲੋਕਾਂ ਨੇ ਪੜ੍ਹੀ, ਉਹ ਬੜਾ ਰੌਲਾ ਪਿਆ ਇਸ ਗੱਲ ਦਾ। ਅਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਅੰਮ੍ਰਿਤਾ ਦੇ ਖਿਲਾਫ, ਅੰਮ੍ਰਿਤਾ ਦੇ ਖਿਲਾਫ ਵੀ ਬੋਲੇ, ਮੇਰੀ ਮਰਜ਼ੀ ਦਾ ਬੋਲ ਨਹੀਂ ਸੀਗਾ ਵੀ ਇਹ ਆਦਮੀ ਗੱਲਾਂ ਹੀ ਇਹੋ ਜਿਹੀਆਂ ਕਰਦਾ, ਜਾਣ ਕੇ ਕਰਦਾ। ਉਹ ਕਹਿੰਦੇ ਫਿਰ ਉਹ ਕਿਸੇ ਉਹ ਕਹਾਣੀ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਦੱਸ ਦਿੰਦਾ ਤੁਹਾਨੂੰ ਵੀ ਕੀ ਗੱਲ ਸੀ। ਉਹ ਆਦਮੀ ਹੈ, ਇੱਕ ਬਾਹਰ ਜਾਂਦਾ ਹੈ ਅਤੇ ਉਹ ਨਾ ਬਹੁਤ ਸਾਰੀਆਂ ਦੁੱਖ ਦੀਆਂ ਗੱਲਾਂ ਦੇਖਦਾ ਦਫ਼ਤਰ ਤੋਂ ਬਾਹਰ ਜਾਂਦਾ ਹੋਇਆ। ਉਹ ਦੁੱਖ ਦਫ਼ਤਰ ਦਾ ਵੀ ਸੀ, ਚੜ੍ਹਿਆ ਹੋਇਆ ਦਿਲ ਦੇ ਉੱਤੇ, ਅਤੇ ਜ਼ਿਆਦਾ ਹਾਵੀ ਹੋ ਗਿਆ, ਉੱਤੇ ਹਾਵੀ ਹੋ ਕੇ ਚਲੇ ਗਿਆ। ਉਹ ਘਰ ਜਾਂਦਾ ਜਿਸ ਵੇਲੇ ਉਹਦੇ ਵਿਆਹ ਹੋਏ ਨੂੰ ਐਵੇਂ 2 ਸਾਲ ਹੋਏ ਸੀ, ਅਤੇ ਉਹ ਉਸ ਵੇਲੇ ਉਹਦੇ ਨਾਲ ਪਿਆਰ ਕਰਦਾ ਰਾਤ ਨੂੰ। ਅਤੇ ਉਹ ਉਸ ਵੇਲੇ ਉਹਨੂੰ ਅਚਾਨਕ ਖਿਆਲ ਆ ਜਾਂਦਾ ਇਸ ਗੱਲ ਦਾ, ਇਹ ਜਿੰਨਾ ਦੁੱਖ ਸੀ ਨਾ ਉਹ ਸਾਰਾ ਉਹਨੂੰ ਯਾਦ ਕਰਦਾ, ਜਾਣ ਕੇ ਕਰਦਾ।
ਉਹ ਜਾਣ ਕੇ ਕਰਕੇ ਨਾ ਆਪਣੀ ਜਿਹੜੀ ਨਾ ਗਰਮੀ ਸੀ, ਜੋਸ਼ ਸੀਗਾ, ਉਹ ਠੰਡਾ ਕਰ ਦਿੰਦਾ। ਇਹ ਕਹਾਣੀ ਸੀ। ਹੁਣ ਇਹ ਕਹਾਣੀ ਹਰੇਕ ਆਦਮੀ ਨਹੀਂ ਸੀ ਲਿਖ ਸਕਦਾ। ਅੰਮ੍ਰਿਤਾ ਕੋਈ ਛਾਪ ਵੀ ਨਹੀਂ ਸਕਦਾ ਸੀ। ਅੰਮ੍ਰਿਤਾ ਨੇ ਲਿਖਤੀ ਤੇ ਛਾਪ ਦਿੱਤੀ। ਫਿਰ ਕਹੇ ਵੀ ਕਿਵੇਂ ਲਿਖੀ ਹੈ। ਔਰ ਉਹ ਕਹਾਣੀ ਲਿਖਣ ਤੋਂ ਬਾਅਦ ਫਿਰ ਇੱਕ ਵਾਰੀ ਕਦੇ ਕੋਈ ਮੈਂ ਉੱਥੇ ਦਿੱਲੀ ਗਿਆ ਸੀ। ਦਿੱਲੀ ਜਾ ਕੇ ਅਸੀਂ ਫਿਰ ਇੱਕ ਵਾਰੀ ਗੱਲ ਹੋਈ। ਮੈਂ ਕਹਿੰਦੀ ਉਹ ਕਹਾਣੀ ਨਹੀਂ ਯਾਦ ਸੀ। ਮੈਂ ਉਹਨੂੰ ਕਹਾਣੀ ਮੈਂ ਕਿਹਾ ਚੰਗਾ। ਫਿਰ ਕਿਤੇ 6 ਮਹੀਨੇ ਬਾਅਦ ਅੰਮ੍ਰਿਤਾ ਆਪ ਜਲੰਧਰ ਆਈ। ਮੇਰੇ ਮੈਨੂੰ ਅਖਬਾਰ ਦੇ ਅੰਦਰ ਜਾ ਕੇ ਮੈਨੂੰ ਦੱਸਿਆ ਚਪੜਾਸੀ ਨੇ ਵੀ ਇੱਕ ਲੇਡੀ ਤੁਹਾਨੂੰ ਮਿਲਣ ਆਈ ਹੈ। ਮੈਂ ਗਿਆ ਜਾ ਕੇ ਬੈਠੀ, ਉਹ ਦੇਖਿਆ ਉਹ ਫੜ ਕੇ ਮੈਨੂੰ ਹੱਥ ਫੜ ਕੇ ਬਿਠਾ ਲਿਆ। ਉਹ ਗੱਲ ਸੁਝੀ ਕਿਵੇਂ? ਉਹ ਤੈਨੂੰ ਗੱਲ ਸੁਝੀ ਕਿਵੇਂ? ਉਹ ਮੈਂ ਕਿਹਾ ਮੈਨੂੰ ਕੀ ਪਤਾ ਕਿ ਮੈਂ ਮੈਂ ਕੋਈ ਇਹ ਸੋਚਣ ਦਾ ਅਮਲ ਹੈ ਜਿਹੜਾ ਨਾ ਇਹ ਕੁਦਰਤ ਨੇਚਰਲ ਆ ਗਿਆ। ਫਿਰ ਨਹੀਂ ਮੇਰੇ ਨਾਲ ਚੱਲ ਉੱਥੇ ਮੋਹਨ ਸਿੰਘ ਦੇ ਜਾਣਾ ਹੈ। ਮੈਨੂੰ ਘਰ 'ਚ ਬਿਠਾ ਲਿਆ। ਮੋਹਨ ਸਿੰਘ ਮੇਰਾ ਪੁਰਾਣਾ ਬਹੁਤ ਅਤੇ ਗੱਲਾਂ ਬਾਤਾਂ ਕਰਦੇ ਰਹੇ। ਫਿਰ ਮੈਂ ਕਿਹਾ ਮੈਂ ਕਾਫੀ ਤਾਂ ਪੀ ਲਈ ਹੈ ਅਤੇ ਮੈਂ ਮਿਲਾ ਦੇਣਾ ਅਖਬਾਰ ਦਾ। ਅਖਬਾਰ ਬੜਾ ਟਾਈਮ 'ਤੇ ਕੰਮ ਕਰਦੇ ਨੇ ਔਰ ਉਸ 'ਤੇ ਛੁੱਟੀ ਬਣਾ ਕੇ ਅਸੀਂ ਰਹਿ ਸਕਦੇ। ਮੈਂ ਥੋੜ੍ਹਾ ਜਿਹਾ ਹੋਰ ਅੱਧਾ ਘੰਟਾ ਗੁਜ਼ਾਰ ਲਿਆ। ਮੈਨੂੰ ਤੁਸੀਂ ਐਂ ਦੱਸ ਦਿਓ ਵੀ ਇਹ ਕਹਾਣੀ ਸੁਝੀ ਕਿਵੇਂ? ਕਿਉਂ? ਮੈਂ ਕਿਹਾ ਇਹਦਾ ਜਵਾਬ ਕਿਵੇਂ ਹੋ ਸਕਦਾ? ਕਿਵੇਂ ਸੁਝੀ? ਖਬਰ ਹੈ ਕੀ ਕੁਛ ਹੋ ਜਾਂਦਾ ਆਦਮੀ ਨੂੰ, ਕੀ ਕੁਛ ਸੁਝਦਾ ਜੜ ਜਾਂਦਾ ਹੈ। ਇਹ ਨਹੀਂ ਮੈਂ ਆਪ ਦੱਸ ਸਕਦਾ। ਖੈਰ ਮੈਂ ਕਿਹਾ ਚੰਗਾ ਫਿਰ ਮੈਂ ਦੱਸੂਗਾ, ਆਪਾਂ ਕਦੇ ਮਿਲਾਂਗੇ ਬਾਅਦ ਦੇ ਵਿੱਚ। ਕਹਿੰਦੀ ਚੰਗਾ। ਫਿਰ ਮਿਲੇ, ਮੁਲਾਕਾਤ ਹੋਈ। ਫਿਰ ਹਾਂ, ਫਿਰ ਮੁਲਾਕਾਤ ਦੀ ਸ਼ਾਮ ਨੂੰ ਕਹਿੰਦੀ ਆਇਆ। ਫਿਰ ਸ਼ਾਮ ਨੂੰ ਅਸੀਂ ਗਏ ਦਾਰੂ ਪੀਣ ਲੱਗੇ। ਮੋਹਨ ਸਿੰਘ ਵੀ ਵਿੱਚੇ ਸੀ, ਪ੍ਰੋਫੈਸਰ ਮੋਹਨ ਸਿੰਘ। ਅਸੀਂ ਬੜੇ ਤਿੰਨੇ ਵੈਸੇ ਬਜ਼ੁਰਗ ਸੀ ਮੇਰਾ ਮੋਹਨ ਸਿੰਘ ਅਤੇ ਬੜੀ ਆਦਰ ਕਰੀਦਾ ਸੀ। ਲੇਕਿਨ ਫਿਰ ਪੀਣ ਵਾਸਤੇ ਦਾ ਮਕਸਦ ਸੀ, ਉਹਦੇ 'ਚ ਇਕੱਠੇ ਹੋ ਜਾਂਦੇ ਸੀਗੇ ਅਤੇ ਗੱਲਾਂ ਕਰਦੇ। ਉਹਨੇ ਫਿਰ ਮੈਨੂੰ ਯਾਨੀ ਇਹ ਸਵਾਲ ਉਹਨੇ ਮੈਨੂੰ ਜਿੰਨੀ ਵਾਰੀ ਬੈਠੇ ਰਹੇ ਨਾ, ਉਹ ਜਦੋਂ ਵਿਹਲੀ ਹੋ ਜਾਂਦੀ ਸੀ ਮੈਨੂੰ ਇਹ ਸੁਝੀ ਕਿਵੇਂ? ਲਓ ਜੀ, ਇਸ ਗੱਲ ਦਾ ਕੀ ਸਵਾਲ ਕੋਈ ਕੀ ਜਵਾਬ ਦੇ ਸਕਦਾ? ਇਹ ਸੁਝੀ ਕਿਵੇਂ? ਹਾਂ, ਇੱਕ ਲੇਖਕ ਤੇ ਤਾਂ ਚਲੋ ਜੀ ਜੋ ਆਉਂਦਾ ਜਦੋਂ ਪੈਨ ਚੱਲਦਾ ਤੇ ਉਹ ਕੁਛ ਵੀ ਨਹੀਂ ਪਤਾ ਕਿੱਥੋਂ ਆਉਂਦਾ। ਪੈਨ ਨਹੀਂ ਚੱਲਦਾ, ਦਿਮਾਗ 'ਚ ਆਉਂਦੀਆਂ ਗੱਲਾਂ, ਦਿਮਾਗ 'ਚ ਫਸੀ ਜਾਂਦੀਆਂ ਨੇ। ਅਤੇ ਉਹ ਸੁੱਝ ਗਈ ਉਸ ਵੇਲੇ ਅਤੇ ਲਿਖ ਗਿਆ ਉਹ। ਲਿਖ ਕੇ ਫਿਰ ਉਹਦੇ ਵਿੱਚ ਇਸੇ ਤਰ੍ਹਾਂ ਹੁੰਦਾ ਇੱਕ ਫਿਰ ਉਹ ਬੱਚੇ ਦੀ ਗੱਲ ਹੈ ਜਿਹੜੀ ਕਹਿੰਦੀ ਉਹਨੇ ਸਾਰੀ ਗੱਲ ਦਾ ਕਮਾਲ ਕਰਤਾ। ਮੈਂ ਕੀ ਉਹਦੇ 'ਚ ਆਦਮੀ ਉਸ ਜਿਹੜਾ ਸਾਰੇ ਦੁੱਖ ਦੇਖਦੇ ਨਾ ਆਪਣੀ ਔਰਤ ਦੇ ਨਾਲ ਪਿਆ ਹੋਇਆ, ਅਤੇ ਉਹਨਾਂ ਦੁੱਖਾਂ ਦੇ ਵਿੱਚ ਇੱਕ ਵੱਡਾ ਦੁੱਖ ਹੈ, ਉਹਨੂੰ ਫਿਰ ਯਾਦ ਕਰਦਾ। ਉਹ ਇੱਕ ਮਰਗ ਜਲ ਕੇ ਆਇਆ ਹੁੰਦਾ ਹੈ। ਉਹ ਮਰਗ 'ਚ ਬੱਚਾ ਹੁੰਦਾ ਹੈ ਜਿਹਦਾ ਸੰਸਕਾਰ ਮਤਲਬ ਇੰਨਾ ਕੁ ਬੱਚਾ ਹੁੰਦਾ ਸੀ ਜਿਹਦਾ ਸੰਸਕਾਰ ਕੀਤਾ ਜਾਂਦਾ ਹੈ। ਅਤੇ ਉਹ ਬੱਚੇ ਨੂੰ ਦੇਖਦਾ ਰਹਿੰਦਾ ਹੈ, ਜਲਦੇ ਨੂੰ ਦੇਖਦਾ। ਉਹ ਬੱਚਾ ਜਲਦਾ, ਉਹਦੀ ਬਾਂਹ ਇਸ ਤਰ੍ਹਾਂ ਇੱਕ ਪਾਸੇ ਦੀ ਐਂ ਖੜ੍ਹੀ ਹੋਈ ਹੈ ਹੱਥ, ਉਹ ਬਸ ਖੜ੍ਹਾ। ਅਤੇ ਫਿਰ ਉਹ ਹੱਥ ਨੂੰ ਅੱਗ ਸੇਕ ਲੱਗਦਾ ਉਦੋਂ, ਫਿਰ ਜ਼ਿਆਦਾ ਅੱਗ ਬਲ ਜਾਂਦੀ ਹੈ, ਫਿਰ ਸੁਆਹ ਹੋ ਜਾਂਦੀ ਹੈ, ਫਿਰ ਉਹਦੀਆਂ ਉਂਗਲੀਆਂ ਡਿੱਗ ਪੈਂਦੀਆਂ। ਆਹ ਇੱਕ ਸੀਨ ਹੈ। ਇਹ ਸੀਨ ਕਹਿਣੀ ਮੈਨੂੰ ਠੰਡਾ ਕਰਤਾ ਇਹਨੇ। ਬਸ ਮੈਂ ਕਿਹਾ ਮੇਰਾ ਮਕਸਦ ਇਹੀ ਸੀਗਾ। ਉਹ ਬੰਦੇ ਦਾ ਵੀ ਇਹ ਮਤਲਬ ਇਹੀ ਸੀਗਾ। ਉਹ ਇਹਨੂੰ ਯਾਦ ਵੀ ਤਾਂ ਹੀ ਕਰਦਾ ਸੀਗਾ ਕਿਉਂਕਿ ਇਹ ਉਹਨੂੰ ਠੰਡਾ ਕਰ ਦਿੰਦਾ ਸੀ। ਅੰਮ੍ਰਿਤਾ ਬਾਰੇ ਮੰਨਿਆ ਵੀ ਜਾਂਦਾ ਕਿ ਉਹ ਬਹੁਤ ਜ਼ਿਆਦਾ ਸੈਂਸਿਟਿਵ ਵੀ ਸੀਗੇ। ਉਹ ਨੈਚੁਰਲੀ ਇਸ ਗੱਲ 'ਤੇ ਵੀ ਉਹਨਾਂ ਦੀ ਸੈਂਸਿਟਿਵਿਟੀ ਜਿਹੜੀ ਆ ਉਹ ਨਜ਼ਰ ਆਉਂਦੀ ਪਈ ਹੈਗੀ ਹੈ। ਅਤੇ ਉਹ ਆਪਣੀਆਂ ਕਹਾਣੀਆਂ 'ਚ ਵੀ ਜਿਹੜਾ ਹੈਗਾ ਉਹਨਾਂ ਨੇ ਉਹਨਾਂ ਦੇ ਜਿਵੇਂ ਜੀਵਨ ਦੇ ਵਿੱਚ ਵੀ ਬੜਾ ਹੋਇਆ ਕਿ ਵਿਆਹ ਵੀ ਟੁੱਟਿਆ। ਉਹਨਾਂ ਦੀ ਲੇਖਣੀ ਵਿੱਚ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ। ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਲਿਖਿਆ ਹੈ। ਹਾਂ, ਬੜਾ ਕੁਝ ਲਿਖਿਆ ਉਹਨੇ। ਉਹ ਦਰਅਸਲ ਪੰਜਾਬੀ ਸਾਹਿਤ ਦੇ ਵਿੱਚ ਜੇ ਇਹ ਯਾਨੀ ਖੁੱਲ੍ਹ ਹੋਣ ਲੱਗੀ ਹੈ, ਉਹ ਅੰਮ੍ਰਿਤਾ ਕਰਕੇ ਹੋਣ ਲੱਗੀ ਹੈ। ਉਸ ਤੋਂ ਪਹਿਲਾਂ ਪੰਜਾਬੀ ਵਾਲੇ ਆਪਣੇ ਆਪ ਨੂੰ ਦਬਾ ਕੇ ਰੱਖਦੇ, ਸੁਸਾਇਟੀ ਦੇ ਥੱਲੇ ਦੱਬੇ ਹੁੰਦੇ ਨੇ। ਹਾਲਾਂਕਿ ਸੁਸਾਇਟੀ ਨੂੰ ਆਥਰ ਦੱਬਦਾ ਹੈ, ਹਾਂਜੀ, ਲੇਖਕ ਦੱਬ ਕੇ ਉਹ ਉਠਾਲਦਾ ਉਹਨੂੰ ਵੀ ਕਿਵੇਂ ਉਹ ਤੁਸੀਂ ਕਰ ਸਕਦੇ ਹੋ, ਕਿਵੇਂ ਉਹਨੂੰ ਸਿਰਫ ਇਹੀ ਬੋਲ ਕੇ ਜਿਹੜੀ ਮੇਰੀ ਗੱਲ ਸੀ ਉਹ ਇੰਨੀ ਉਹਨੂੰ ਬੋਲ ਲੱਗੀ। ਉਹ ਫਿਰ ਉਹ ਇਸ ਗੱਲ 'ਤੇ ਗੱਲਾਂ ਅਸੀਂ ਕਰਦੇ ਰਹੇ ਵੀ ਇਹ ਕਿਵੇਂ ਰਿਹਾ। ਫਿਰ ਅਸੀਂ ਖੈਰ ਦਾਰੂ ਪੀਣਾ ਤਾਂ ਆਮ ਜਿਹੀ ਗੱਲ ਸੀ।
ਲੇਕਿਨ ਗੱਲਾਂ ਬਾਤਾਂ, ਲੇਕਿਨ ਉਹ ਯਾਨੀ ਡਿਸਕਸ਼ਨ ਵੀ ਕਰਦੀ ਰਹਿੰਦੀ ਸੀ ਇਸ ਗੱਲ ਦੇ ਬਾਰੇ ਵੀ ਇਹ ਨਹੀਂ, ਸਿਰਫ ਇਹ ਨਹੀਂ ਹੈ ਵੀ ਅਫਸਰ ਆਇਆ ਅਤੇ ਇਹਦੇ ਨਾਲ ਦੁਆ ਸਲਾਮ ਕਰਕੇ ਪਰੇ ਹੋ ਜਾਣਾ। ਹੋਰ ਇਸ ਤਰ੍ਹਾਂ ਬੜੀਆਂ ਗੱਲਾਂ ਕੀਤੀਆਂ ਸੀ। ਮਤਲਬ ਫਿਰ ਉਹਨੇ ਹੋਰ ਵੀ, ਮੈਂ ਜਿਹੜੀਆਂ ਕਹਾਣੀਆਂ ਭੇਜਦਾ ਸੀ ਅਤੇ ਉਹਦੇ ਬਾਰੇ ਉਹ ਪਹਿਲਾਂ ਮੇਰੇ ਨਾਲ ਗੱਲ ਕਰਦੀ ਹੁੰਦੀ ਸੀ। ਹਾਂ, ਉਹ ਸਭ ਨਾਲ ਹੀ ਸੁਣਿਆ ਕਿ ਗੱਲ ਕਰਦੇ ਸੀਗੇ। ਹਾਂ। ਨਵੇਂ ਲੇਖਕਾਂ ਨੂੰ ਤਾਂ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਸੀਗੇ ਕਿ ਬਿਲਕੁਲ। ਲਿਖੋ ਹਾਂ, ਲਿਖੋ, ਕਿ ਹਾਂ। ਉਹਨਾਂ ਦਾ ਰਹਿੰਦਾ ਸੀ ਕਿ ਤੁਸੀਂ ਆਓ ਲਿਖੋ। ਛਾਪਦੇ ਸੀਗੇ ਜਦੋਂ ਕੋਈ ਹੋਰ ਨਹੀਂ ਛਾਪਦਾ ਤੇ ਆਪਣੀ ਨਾਮ ਨਹੀਂ ਨਹੀਂ, ਵਿੱਚ ਅੰਮ੍ਰਿਤਾ ਦੇ ਉਹਦੇ ਪਰਚੇ 'ਚ ਹੀ ਛਪਦੀਆਂ ਸੀਗੀਆਂ, ਹੋਰ ਪਰਚਾ ਛਾਪਦਾ ਹੀ ਨਹੀਂ ਸੀ ਸਾਨੂੰ ਕੋਈ। ਬਾਹਰ ਉਹ ਛਾਪ ਕੇ ਜੀ ਹੌਸਲਾ ਨਹੀਂ ਸੀ ਕਰਦਾ, ਉਹਦੇ ਭਾਜੀ ਖੁਦ ਸੀ। ਉਹ ਕਹਿੰਦੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਸਭ ਨੂੰ ਮਤਲਬ ਕਿਉਂਕਿ ਲਿਖਣ ਨੂੰ ਪ੍ਰੇਰਿਤ ਕਰਦੇ ਸੀਗੇ ਕਿ ਲਿਖੋ। ਹਾਂ ਲਿਖੋ, ਚਾਹੀਦਾ, ਨਹੀਂ ਨਹੀਂ, ਖੁੱਲ੍ਹ ਕੇ ਲਿਖੋ, ਖੁੱਲ ਕੇ ਲਿਖੋ। ਹਾਂ, ਪਾ- ਖੁਦ ਵੀ ਖੁੱਲ ਕੇ ਹੀ ਲਿਖਦੇ ਸੀ। ਪਾਬੰਦ ਦੂਸਰੇ ਸਾਰੇ ਪਰਚੇ ਉਸ ਵੇਲੇ ਸਾਰੇ ਪਰਚੇ ਸੀਗੇ ਨਾ, ਉਹ ਪ੍ਰਗਤੀਵਾਦੀ ਸੀਗੇ। ਹਾਂਜੀ, ਉਹ ਪ੍ਰਗਤੀਵਾਦੀ ਹੋਰ ਗੱਲ ਸੋਚ ਨਹੀਂ ਸਕਦਾ। ਜੇ ਮੈਂ ਕਹਾਣੀ ਲਿਖਦਾ ਸੀ, ਮੈਨੂੰ ਮੇਰੇ ਖਿਲਾਫ ਸੀਗੇ ਸਾਰੇ। ਉਹ ਕਹਿੰਦੇ ਸੀ ਵੀ ਇਹ ਗੱਲਾਂ ਕਰਨ ਦੀ, ਇਨਕਲਾਬ ਦੀ ਗੱਲ ਕਰੋ। ਉਹ ਮੈਂ ਕਿਹਾ ਇਨਕਲਾਬ ਤਾਂ ਇਹ ਮਾਹੌਲ ਲੱਗਦਾ ਮੈਨੂੰ, ਇਸ ਸਮਾਜ 'ਚ ਰਹਿੰਦੇ ਹਾਂ, ਤੁਹਾਨੂੰ ਸਮਾਜ ਦਾ ਨਹੀਂ ਪਤਾ ਲੱਗਿਆ ਹੈ, ਇਹ ਸਮਾਜ ਦੀ ਸਮਝ ਆਈ ਤੁਹਾਨੂੰ ਪਤਾ, ਇਨਕਲਾਬ ਮਾਹੌਲ ਵਾਲੀ ਗੱਲ ਹੈ। ਅੱਛਾ, ਜ਼ਿੰਦਗੀ ਹੋਰ ਤਾਂ ਨਹੀਂ ਸਾਡੀ ਉਹ ਜਿਹੀ ਪਈ ਹੈ। ਅਸੀਂ ਹੋਰ ਗੱਲਾਂ ਲਿਖਣ ਵਾਲੀਆਂ ਬਹੁਤ ਨੇ, ਲਿਖਣ ਵਾਲੀਆਂ। ਖੈਰ ਉਹ ਨਹੀਂ ਸੀ, ਲੇਕਿਨ ਅੰਮ੍ਰਿਤਾ ਪ੍ਰੀਤਮ ਦਾ ਜਿਹੜਾ ਰਵੱਈਆ ਸੀ ਨਾ, ਉਹ ਇੰਨਾ ਜ਼ਿਆਦਾ ਇਸ ਗੱਲ ਵਿੱਚ ਵੀ ਉਹ ਕਹਿੰਦੇ ਸੀ ਜ਼ਿੰਦਗੀ 'ਚ ਵੀ ਹੋਰ ਬਹੁਤ ਕੁਛ ਹੈ, ਹਾਂ ਹੋਰ ਜ਼ਿੰਦਗੀ 'ਚ ਲੱਭੋ। ਹਾਂ, ਕੀ ਹੈ ਉਹ ਸਹੀ। ਹਾਂ, ਲੁਕਿਆ ਹੋਇਆ ਜਿਹੜਾ ਕੁਝ ਹੈ ਲੱਭੋ। ਔਰ ਇਸ਼ਕ ਤਾਂ ਵੈਸੇ ਹੀ ਉਹ ਬਹੁਤ ਲਿਖਦੀ ਸੀ। ਇਸ਼ਕ ਹਾਂ, ਉਹ ਤਾਂ ਖੈਰ ਨਜ਼ਮਾਂ 'ਚ ਜ਼ਿਆਦਾ ਸੀਗਾ, ਬਹੁਤ ਜ਼ਿਆਦਾ। ਕਹਾਣੀਆਂ 'ਚ ਨਹੀਂ ਸੀ ਇੰਨਾ, ਹਾਂਜੀ। ਲੇਕਿਨ ਨਜ਼ਮਾਂ 'ਚ, ਕਹਾਣੀਆਂ 'ਚ ਵੀ ਕਹਿੰਦੇ ਸੀ ਵੀ ਇਹਦੀ ਗਹਿਰਾਈ ਵੀ ਹੋਰ ਵੀ ਡੂੰਘੀਆਂ ਗੱਲਾਂ ਨੇ ਬਹੁਤ ਸਾਰੀਆਂ। ਸਿਰਫ ਇਹੀ ਨਹੀਂ ਵੀ ਇਹ ਮੈਨੂੰ ਚੰਗੀ ਲੱਗਦੀ ਹੈ, ਪਿਆਰੀ ਲੱਗਦੀ ਹੈ ਅਤੇ ਆਪ ਮੁਹੱਬਤ ਇਹੀ ਨਹੀਂ, ਇਹ ਤਾਂ ਜ਼ਾਹਰਾ ਹੈ ਤੁਹਾਡੇ ਅੰਦਰ ਕੀ ਗੁਜ਼ਰ ਰਿਹਾ ਹੈ, ਅੰਦਰ ਕਿਵੇਂ ਬੀਤ ਰਿਹਾ ਹੈ। ਔਰ ਉਹਨੂੰ ਲੈ ਕੇ ਆਣਾ ਲੇਖਣੀ ਚ ਪੂਰਾ ਐਜ਼ ਇਟ ਇਜ਼ ਏਦਾਂ ਹੀ ਹੈ, ਨਹੀਂ ਕਿ ਉਹਦੇ ਵਿੱਚ ਫਿਰ ਫਿਕਸ਼ਨ ਪਾਤੀ। ਉਹ ਆਪ ਵੀ ਉਹੀ ਲੈ ਕੇ ਆਉਂਦਾ ਸੀ ਜੋ ਉਹਨਾਂ ਦੇ ਦਿਮਾਗ 'ਚ ਚੱਲਦਾ ਸੀ। ਫਿਕਸ਼ਨ ਨਹੀਂ ਸੀ ਪਾਉਂਦੇ। ਉਸ ਤੋਂ ਬਾਅਦ ਦਿਮਾਗ ਨਹੀਂ ਸੀ ਲੜਾਉਂਦੇ ਕਿ ਨਹੀਂ ਹੁਣ ਮੈਨੂੰ ਚੇਂਜ ਕਰਨਾ ਹੈ। ਵੈਸੇ ਉਹਨਾਂ ਦਾ ਵੀ ਮੰਨਿਆ ਜਾਂਦਾ ਕਿ ਉਹਨਾਂ ਦੇ ਜਿਹੜੇ ਪਾਪਾ ਹੈਗੇ ਆ, ਪਿਤਾ ਜੀ, ਬੜੇ ਸਟ੍ਰਿਕਟ ਸੀਗੇ। ਤਕਰੀਬਨ ਉਸ ਜ਼ਮਾਨੇ 'ਚ ਮੰਨਿਆ ਹੀ ਜਾਂਦਾ ਹੈ ਕਿ ਜਿਹੜੇ ਪੇਰੈਂਟਸ ਸੀਗੇ ਸਟ੍ਰਿਕਟ ਸੀਗੇ। 16 ਸਾਲ ਦੀ ਉਮਰ 'ਚ, ਸ਼ਾਇਦ ਉਦੋਂ ਇੰਨੀ ਉਮਰ 'ਚ ਹੀ ਕੁੜੀਆਂ ਦਾ ਵਿਆਹ ਹੋ ਜਾਂਦਾ ਸੀ। ਤੁਸੀਂ ਪਰ ਇਸ ਗੱਲ ਨੂੰ ਕਿੱਥੇ ਦੇਖਦੇ ਹੋ ਕਿ 16 ਸਾਲ ਦੀ ਉਮਰ 'ਚ ਉਹਨਾਂ ਦਾ ਵਿਆਹ ਹੋ ਰਿਹਾ, ਪਰ ਉਦੋਂ ਹੀ ਉਹਨਾਂ ਦਾ ਪਹਿਲੀ ਜਿਹੜੀ ਕਿਤਾਬ ਵੀ ਉਦੋਂ ਹੀ ਆ ਰਹੀ ਹੈ। ਜੇ ਇੰਨੀ ਸਟਿਕਨੈਸ ਹੁੰਦੀ ਘਰ 'ਚ ਕਿ ਉਦੋਂ ਉਹਨਾਂ ਨੇ ਆਪਣੇ ਘਰਦਿਆਂ ਨਾਲ ਸ਼ਾਇਦ ਉਹਨਾਂ ਦੇ ਪਿਤਾ ਜੀ ਵੀ ਜਿਹੜੇ ਹੈਗੇ ਆ ਉਹ ਕਵੀ ਨਹੀਂ, ਉਹ ਨਹੀਂ ਸੀ ਕਵੀ, ਨਹੀਂ ਸੀ ਮਤਲਬ ਉਹ ਧਾਰਮਿਕ ਕਿਸਮ ਦੀਆਂ। ਹਾਂ, ਮਤਲਬ ਲਿਖਦੇ ਸੀਗੇ ਕਿ ਉਹਨਾਂ ਤੋਂ ਜੋ ਲਿਖਦੇ ਸੀਗੇ ਉਹਨਾਂ ਨੂੰ ਪ੍ਰੇਰਨਾ ਤੇ ਘਰੋਂ ਮਿਲ ਹੀ ਜਾਂਦੀ ਹੈ ਨਾ। ਸ਼ੁਰੂ ਹੀ ਧਾਰਮਿਕ, ਅੰਮ੍ਰਿਤਾ ਨੇ ਸ਼ੁਰੂ ਹੀ ਧਾਰਮਿਕ ਲਿਖਿਆ ਹੈ। ਹਾਂ, ਉਹੀ ਆਪਣੇ ਪਿਤਾ ਜੀ ਨੂੰ ਦੇਖਦੇ ਹੋਏ। ਪਰ ਤੁਸੀਂ ਕਿੱਥੇ ਦੇਖਦੇ ਹੋ ਕਿ ਉਹਨਾਂ 16 'ਚ ਜਦੋਂ ਵਿਆਹ ਹੋ ਰਿਹਾ ਉਦੋਂ ਹੀ ਉਹਨਾਂ ਦੀ ਕਿਤਾਬ ਵੀ ਆ ਗਈ 16 ਸਾਲ 'ਚ ਹੀ, ਬਲਕਿ ਅੱਜ ਕੱਲ੍ਹ ਵੀ ਨਹੀਂ ਹੁੰਦੀ। ਮਤਲਬ ਇੰਨੇ ਬੋਲਡ ਰਹੇ, ਇੰਨਾ ਕਿ 16 ਸਾਲ ਦੇ ਵਿੱਚ, ਔਰ ਪਹਿਲਾਂ ਹੀ ਉਹਨਾਂ ਦੀ ਜਿਹੜੀ ਕਿਤਾਬ ਹੈ ਉਹ ਕਮਾਲ ਕਰ ਗਈ ਸੀ। ਉਹ ਜਿਹੜਾ ਨਾ ਕਿਸੇ ਆਦਮੀ ਦਾ ਲੇਖਕ ਕੀ ਲਿਖਣ ਲੱਗੇ ਹੈ, ਇਹ ਇਸ ਗੱਲ 'ਤੇ ਡਿਪੈਂਡ ਨਹੀਂ ਕਰਦਾ ਤੁਸੀਂ ਕਿੱਥੇ ਪਲੇ ਹੋ, ਕਿੱਥੇ ਰਹਿੰਦੇ ਹੋ। ਮੇਰਾ ਘਰ ਬੜਾ ਖਾਨਦਾਨ, ਤਗੜਾ ਖਾਨਦਾਨ ਹੈ ਸਾਡਾ, ਅਮੀਰ ਖਾਨਦਾਨ ਖੰਨੇ 'ਚ। ਅੱਛਾ, ਮੈਂ ਹੋਰ ਵੀ ਕੰਮ ਕਰਦਾ ਰਿਹਾ, ਲੇਕਿਨ ਮੈਂ ਦੱਸਿਆ ਨਾ ਮੇਰੇ 'ਤੇ ਧਰਮ ਹਾਵੀ ਕਰਦੇ ਸੀ, ਪਿਤਾ ਜੀ ਹਾਵੀ ਸਖਤੀ ਕਰਦੇ ਸੀ। ਮੈਂ ਨਹੀਂ ਸੀ ਮੰਨਦਾ। ਕੋਈ ਵੀ ਆਦਮੀ ਨਿਕਲ ਜਾਏ, ਆਦਮੀ ਐਂ ਭੰਨ, ਜਿਹੜਾ ਇਹ ਚੀਜ਼ ਹੈ ਇਹ ਤਾਂ ਸੋਚ ਹੈ, ਦਿਮਾਗ ਜਾਂ ਤਾਂ ਥੋੜ੍ਹੇ ਜਿਹੇ ਦਿਮਾਗ 'ਤੇ ਧਰਮ ਭਾਰੂ ਹੋ ਗਿਆ, ਤੁਹਾਨੂੰ ਦੱਬ ਲੈਂਦਾ ਹੈ। ਨਹੀਂ, ਤੁਸੀਂ ਇਹਨੂੰ ਦੱਬ ਲਓ। ਮੈਂ ਲਾ ਕੇ ਭਗਾ ਕੇ ਮਾਰਿਆ। ਉਸ ਵੇਲੇ ਮੈਂ 8ਵੀਂ 'ਚ ਪੜ੍ਹਦਾ ਸੀ, ਮੈਂ ਉਸ 'ਤੇ ਨਾਸਤਕ ਹੋ ਗਿਆ, ਮਾਤਾ ਨੂੰ ਮੰਨਣਾ ਛੱਡ। ਇਸੇ ਗੱਲ ਦੇ ਉੱਤੇ ਮੇਰੇ ਬਾਪ ਨੇ ਮੈਨੂੰ ਕੱਢਿਆ, ਘਰੋਂ ਕੱਢਿਆ। ਮੈਂ ਨਹੀਂ ਇਸ ਗੱਲ ਨੂੰ ਬਰਦਾਸ਼ਤ ਕਰ ਸਕਦਾ ਸਾਲ ਨੂੰ, ਜਿਹੜਾ ਪਰਮਾਤਮਾ ਨੂੰ ਨਹੀਂ ਮੰਨਦਾ ਮੇਰੇ ਘਰ 'ਚ ਰਹਿ ਕੇ। ਉਹ ਚਲੋ ਤਾਂ ਕੀ ਹੋ ਗਿਆ, ਮੈਂ ਕਿਹਾ ਆਦਮੀ ਕਹੇ ਜੀ। ਅੰਮ੍ਰਿਤਾ ਨੇ ਇਸੇ ਤਰ੍ਹਾਂ ਹੀ, ਮੈਂ ਇਹੀ ਗੱਲ ਕਹਿਣਾ ਕਿ ਇਹ ਤਾਂ ਇੱਕ ਜਿਹੜਾ ਦਾ ਮਨ ਹੈ ਨਾ, ਅੰਮ੍ਰਿਤਾ ਦਾ ਮਨ ਵੀ ਇਸ ਤਰ੍ਹਾਂ ਨਿਕਲਿਆ। ਨਿਕਲ ਕੇ ਉਹਨੇ ਆਜ਼ਾਦੀ ਲਈ। ਇਹ ਆਜ਼ਾਦੀ ਦੀ ਇੱਕ ਖਾਹਿਸ਼ ਹੈ ਜਿਹਦੇ ਅੰਦਰ ਪੈਦਾ ਹੋਈ ਹੋਏ ਕਿ ਮੈਂ ਤਾਂ ਆਪਣੀ ਮਰਜ਼ੀ ਨਾਲ ਜਿਉਣਾ ਹੈ,
ਲੋਕ ਤਾਂ ਸਮਾਜ ਦੀ ਮਰਜ਼ੀ ਨਾਲ ਇਹਦੇ ਕਰਨਾ, ਆਦਮੀ ਤੇਰਾ ਕੀ ਕਹੂਗਾ ਹੁਣ। ਹਸਬੈਂਡ ਤਾਂ ਜਿੰਦਾ ਰਿਹਾ ਨਾ, ਹਾਂਜੀ ਵੱਖਰਾ ਸੀ ਰਹਿੰਦਾ, ਲੇਕਿਨ ਉਹ ਉਹਦੇ ਹੁੰਦਿਆਂ ਸਭ ਕੁਝ ਠੀਕ ਹੈ, ਉਹਨੇ ਵੀ ਐਕਸੈਪਟ ਕਰ ਲਿਆ। ਹਾਂ ਸਾਹਿਰ ਆਏ ਇਮਰੋਜ਼ ਨਾਲ ਹਾਂ ਹਾਂ ਦੋਸਤੀਆਂ ਰਹੀਆਂ, ਚੱਲਦੀਆਂ ਰਹੀਆਂ ਨੇ। ਉਹਨਾਂ ਤਾਂ ਲਿਵ ਇਨ ਚ ਵੀ ਰਹੇ ਉਸ ਜ਼ਮਾਨੇ 'ਚ ਜਦੋਂ ਕੋਈ ਸੋਚ ਨਹੀਂ ਸੀ ਸਕਦਾ। ਹਾਂ ਉਸ ਵੇਲੇ ਨਹੀਂ ਸੀ ਸੋਚਦਾ। ਹਾਂ ਉਸ ਵੇਲੇ ਤਾਂ ਕੋਈ ਸਾਡੀ ਚਿੱਠੀ ਪਾਉਣੀ ਤੇ ਜਿਹੜਾ ਕੰਮ ਉਹ ਮਿਲਦੀ ਸੀ ਨਾ, ਲੋਕ ਇੰਨੀ ਗੱਲ ਨੂੰ ਕਮਲੇ ਹੋ ਜਾਂਦੇ ਸੀਗੇ। ਮੈਂ ਕਹਿੰਦਾ ਮੈਂ ਜਿਸੇ ਮੈਨੂੰ ਮਿਲਣਾ ਹੈ, ਚਾਹੇ ਘਰ ਖੜੀ ਹੋਈ ਮੈਨੂੰ ਕੋਈ ਜਨਾਨੀ ਮਿਲਣਾ ਹੈ, ਉਹਦੇ ਮੈਂ ਹੇਠਾਂ ਗਿਆ ਕਿ ਮੇਰੀ ਹੱਥ ਫੜ ਕੇ ਮੈਨੂੰ ਇੱਕ ਆਪਣੇ ਨਾਲ ਬਿਠਾ ਲਿਆ, ਬਿਠਾ ਕੇ ਤੈਨੂੰ ਸੁਝੀ ਕਿਵੇਂ। ਉਹ ਮੈਨੂੰ ਤਾਂ ਕੀ ਨਹੀਂ ਪਤਾ ਲੱਗਦਾ ਇਸ ਗੱਲ ਦਾ, ਆਦਮੀ ਨੂੰ ਇਹ ਨਹੀਂ ਪਤਾ ਲੱਗ ਸਕਦਾ ਵੀ ਸੁਝੀ ਕਿਵੇਂ ਹੈ। ਹਾਂ ਸੁਝ ਗਈ ਬਸ, ਹਾਂ ਸੁਝ ਗਈ ਤੇਰੀ ਹੀ। ਵੈਸੇ ਤੁਸੀਂ ਕਿੱਦਾਂ ਦੇਖਦੇ ਹੋ ਅੰਮ੍ਰਿਤਾ ਪ੍ਰੀਤਮ ਨੂੰ ਓਵਰਆਲ? ਉਹ ਇਹ ਹਰ ਸਮਾਜ 'ਚ ਇਹੀ ਅੰਮ੍ਰਿਤਾ ਵੇਲੇ ਵੀ ਨਹੀਂ ਇਹ ਆਜ਼ਾਦੀ ਹੋਈ, ਇਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਆਰੀਆ ਸਮਾਜ ਸੀ ਉਹਨੇ ਧਰਮ ਨੂੰ ਬਦਲਿਆ, ਧਰਮ ਦੇ ਜਿਹੜਾ ਸਨਾਤਨ ਧਰਮ ਸੀ ਉਹਦੇ ਨਾਲ ਬਹੁਤ ਤੋੜ ਕੇ ਬਹੁਤ ਕੁਛ ਇਹਦਾ ਨਹੀਂ, ਪੜ੍ਹੇ ਲਿਖੇ ਲੋਕ ਹੁੰਦੇ ਸੀ, ਸਾਡਾ ਫੈਮਿਲੀ ਵੀ ਪੜ੍ਹਿਆ ਲਿਖਿਆ ਨਹੀਂ ਸੀ, ਅਸੀਂ ਤੋੜਿਆ ਸੀਗਾ। ਮੈਂ ਦੱਸਿਆ ਨਾ, ਮੈਂ ਜ਼ਿੰਦਗੀ 'ਚ ਮੈਂ ਕਿਤੇ ਮੱਥਾ ਨਹੀਂ ਟੇਕਿਆ ਹੁੰਦਾ, ਜੇ ਮੈਂ ਕਿਤੇ ਮੰਦਿਰ 'ਚ ਵੀ ਜਾਇਆ ਮੈਂ ਵਿਆਹ ਕੇ ਲੰਘਿਆ, ਮੈਂ ਦਰਬਾਰ ਸਾਹਿਬ 4 ਵਾਰੀ ਗਿਆ ਲੇਕਿਨ ਮੱਥਾ ਨਹੀਂ ਮੈਂ ਟੇਕਿਆ। ਉਹ ਇਸ ਲਈ ਕਿਉਂਕਿ ਮੈਂ ਐਸੀ ਜਗ੍ਹਾ ਨਹੀਂ ਸੀ ਜਾਂਦਾ ਜਿੱਥੇ ਮੱਥਾ ਟੇਕਣਾ ਹੁੰਦਾ ਸੀ, ਮੈਂ ਬਾਹਰ ਰਹਿੰਦਾ ਸੀਗਾ। ਅਤੇ ਉਹਨਾਂ ਨੇ ਅੰਮ੍ਰਿਤਾ ਨੇ ਉਸ ਗੱਲ ਨੂੰ ਜਿਹੜੀ ਗੱਲਾਂ 'ਚ ਜਿਹੜੀ ਰੀਤਾਂ 'ਚ ਲੋਕ ਫਸੇ ਸੀ ਉਹਨਾਂ ਨੂੰ ਤੋੜ ਕੇ ਨਵੀਆਂ ਆਪਣੀਆਂ ਰੀਤਾਂ 'ਚ ਜਿਸ ਇੰਡੀਵਿਜੂਅਲ ਵੱਡਾ ਹੁੰਦਾ ਹੈ ਸੁਸਾਇਟੀ ਛੋਟੀ ਹੋ ਜਾਂਦੀ ਹੈ। ਹਾਂਜੀ ਇਹ ਥੋੜ੍ਹੀ ਡਰ ਹੈ, ਅਸਲ ਡਰ ਹੈ ਜਿਹੜਾ ਸੁਸਾਇਟੀ ਵੱਡੀ ਬਣਾ ਦਿੰਦੇ ਹੋ ਅਤੇ ਆਪ ਛੋਟੇ ਹੋ ਜਾਂਦੇ ਹੋ। ਉਹ ਮੈਂ ਕਹਿੰਦਾ ਸੁਸਾਇਟੀ ਦਾ ਕੱਖ ਨਹੀਂ ਹੈ, ਤੁਸੀਂ ਇੱਕ ਵਾਰੀ ਤੋੜਨ ਦੀ ਆ ਜਮ ਵਾਰੀ ਤੋੜ ਕੇ ਭਗਾ ਕੇ ਮਾਰੋ। ਸੁਸਾਇਟੀ ਵੀ ਲੋਕਾਂ ਨਾਲ ਹੀ ਹੈ। ਹਾਂ ਨਹੀਂ ਲੋਕਾਂ ਔਰ ਲੋਕ ਉਹਨੂੰ ਆਪ ਹੀ ਬਣਾਉਂਦੇ, ਆਪੇ ਹੀ ਦਾਇਰਾ ਬੰਨ੍ਹਦੇ। ਇਹ ਸੰਗਲ ਹੈ। ਹਾਂਜੀ ਉਹ ਬੰਨ੍ਹਦੇ ਆ ਸੰਗਲ ਆਪਣੇ ਆਪ। ਹਾਂਜੀ ਆਪੇ। ਮੈਂ ਸੰਗਲ ਤੋੜਦੇ, ਅੰਮ੍ਰਿਤਾ ਨੇ ਸਾਡੇ ਤੋਂ ਪਹਿਲਾਂ ਤੋੜਤੀ, ਅਸੀਂ ਉਸ ਤੋਂ ਹਾਂ ਅੰਮ੍ਰਿਤਾ ਨੇ ਬਹੁਤ ਕੁਝ ਸਿਖਾਇਆ ਕਿ ਤੋੜੋ ਆਪਣੇ ਹਿਸਾਬ ਨਾਲ। ਹਾਂ ਮੈਂ ਤਾਂ ਕਿਹਾ ਹੈ ਅਸੀਂ ਸ਼ੁਰੂ 'ਚ ਉੱਥੇ ਹੀ ਚੱਲੇ ਹਾਂ। ਔਰ ਚਲੋ ਜਿੱਥੇ ਮਤਲਬ ਕਿ ਇਹ ਤਾਂ ਕਹਿਣ ਦੀ ਗੱਲ ਹੁੰਦੀ ਕਿ ਉਹ ਇੱਕ ਔਰਤ ਹੈ ਮਰਦ ਹੈ, ਪਰ ਉਹਨਾਂ ਨੇ ਜਦੋਂ ਔਰਤ ਹੋ ਕੇ ਵੀ ਉਹ ਕੰਮ ਕੀਤੇ ਆ ਜਿਹੜਾ ਮਰਦ ਵੀ ਸ਼ਾਇਦ ਨਹੀਂ। ਉਸ ਵੇਲੇ ਔਰਤਾਂ ਵੀ ਇਸ ਤਰ੍ਹਾਂ ਨਹੀਂ ਸੀ ਪਈਆਂ ਜਿਸ ਤਰ੍ਹਾਂ, ਲੇਕਿਨ ਉਹਦੀ ਆਪਣੀ ਖੁੱਲ੍ਹ ਸੀ। ਉਹ ਜ਼ਿਆਦਾ ਖੁੱਲ੍ਹ ਸੀ, ਇਹਦੀ ਕੋਈ ਸੀਮਾ ਨਹੀਂ ਹੁੰਦੀ ਵੀ ਕਿੰਨਾ ਖੁੱਲ੍ਹਣਾ ਕਿਸੇ ਨੇ। ਮੈਂ ਜਿਸ ਪਹਿਲੀ ਵਾਰੀ ਗਿਆ ਨਾ, ਪਹਿਲੀ ਵਾਰੀ ਉਹਨਾਂ ਨੂੰ ਪਤਾ ਸੀ ਮੈਂ ਪੀਂਦਾ, ਉਦੋਂ ਮੈਂ ਪੀਂਦਾ ਸੀ, ਮੈਂ ਕੋਈ ਛੱਡਤੀ, ਮੈਂ ਮੁੜ ਕੇ ਨਹੀਂ ਪੀਤੀ। ਅਸੀਂ ਉਹਨੂੰ ਖੋਲ੍ਹ ਕੇ ਅਸੀਂ ਦਾਰੂ ਪੀਂਦਾ ਫਿਰ ਪੀ ਲਓ, ਠੀਕ ਹੈ ਜਿੰਨੀ ਪੀਣੀ ਹੈ, ਹਰੇਕ ਦੀ ਹੱਦ ਹੁੰਦੀ ਹੈ ਆਪਣੀ। ਮੈਂ 3 ਪੈਗ ਪੀਂਦਾ, 3 ਪੈਗ, ਲੇਕਿਨ ਗੱਲਾਂ ਬੋਲਦੀਆਂ ਫਿਰ ਗੱਲਾਂ ਬਹੁਤ ਦਿਲਚਸਪ ਹੁੰਦੀਆਂ ਉਸ ਵੇਲੇ, ਅਤੇ ਉਹ ਵੀ ਇਸ ਲਈ ਦਿਲਚਸਪ ਪੀ ਕੇ ਉਹ ਵੀ ਦਿਲਚਸਪ ਹੋ ਜਾਂਦੀ ਸੀ, ਜ਼ਿਆਦਾ ਦਿਲਚਸਪ ਹੋ ਜਾਂਦਾ ਸੀਗਾ। ਖੁਸ਼ਵੰਤ ਸਿੰਘ ਜੀ ਨੇ ਵੀ ਉਹਨਾਂ ਦੇ ਬਾਰੇ ਕਿਹਾ ਸੀਗਾ ਕਿ ਉਹਨਾਂ ਨੇ ਜਿਹੜੀ ਇੱਕ ਨਜ਼ਮ ਲਿਖੀ ਆਖਾਂ ਬਾਰੇ ਸ਼ਾਹ ਨੂੰ, ਕਿ ਉਹੀ ਇੱਕ ਨਜ਼ਮ ਹੈ ਜਿਹਨੇ ਅੰਮ੍ਰਿਤਾ ਪ੍ਰੀਤਮ ਨੂੰ ਮਤਲਬ ਇਤਿਹਾਸ 'ਚ ਇੰਨਾ ਲਿਖਤ ਦਾ ਨਾਮ ਜਿਹੜਾ ਦਰਜ ਕਰਵਾਤਾ। ਪਰ ਖੁਸ਼ਵੰਤ ਸਿੰਘ ਉਹਨਾਂ ਦੇ ਬਾਰੇ ਇੱਕ ਗੱਲ ਕਹਿੰਦੇ ਸੀਗੇ ਕਿ ਅੰਮ੍ਰਿਤਾ ਪ੍ਰੀਤਮ ਬਾਰੇ ਉਹ ਲੋਕ ਜ਼ਿਆਦਾ ਗੱਲ ਕਰਦੇ ਜਿਨ੍ਹਾਂ ਨੇ ਉਹਨਾਂ ਨੂੰ ਪੜ੍ਹਿਆ ਹੀ ਨਹੀਂ ਹੋਇਆ। ਉਹ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਕਿ ਮਤਲਬ? ਨਹੀਂ, ਪੜ੍ਹਨ ਦਾ ਤਾਂ ਹੈ ਨਾ, ਜਿਸ ਤਰ੍ਹਾਂ ਮੈਂ ਅੰਮ੍ਰਿਤਾ ਦੀ ਜੋ ਪੜ੍ਹਦਾ ਸੀ ਉਹ ਮੈਂ ਸ਼ਾਇਰੀ ਪੜ੍ਹੀ ਸੀ, ਮੇਰੇ 'ਤੇ ਕੁਛ ਅਸਰ ਸੀਗਾ, ਜ਼ਿਆਦਾ ਨਹੀਂ, ਲੇਕਿਨ ਉਹ ਇੱਕ ਆਦਮੀ ਔਰਤ ਦੇ ਤੌਰ 'ਤੇ ਉਹ ਵੱਡੀ ਸੀ, ਗੱਲਾਂ ਸੋਹਣੀਆਂ ਕਰਦੀ, ਦੁਨੀਆਂ ਕਰਦੀ, ਆਜ਼ਾਦ ਸੀ। ਉਹ ਜਿਹੜੀ ਆਜ਼ਾਦੀ ਹੈ ਨਾ, ਇਹ ਵੀ ਇੱਕ ਸ਼ਖਸੀਅਤ ਹੈ, ਉਹ ਵੱਡੀ ਸ਼ਖਸੀਅਤ ਸੀ ਸਾਡੇ ਸਾਹਮਣੇ। ਅਸੀਂ ਉਹਦੇ ਮੂਹਰੇ ਬਾਣੇ ਹੋ ਜਾਂਦੇ ਸੀ, ਅਸੀਂ ਆਦਮੀ ਹੋ ਕੇ ਵੀ ਬਾਣੇ ਹੋ ਜਾਂਦੇ ਸੀ ਉਹਨਾਂ ਦੇ ਮੂਹਰੇ। ਲੇਕਿਨ ਫਿਰ ਅੰਮ੍ਰਿਤਾ ਕੋਈ ਐਡੀ ਸ਼ਾਇਰਾ ਨਹੀਂ ਸੀ, ਸ਼ਾਇਰਾ ਕੋਈ ਵੱਡੀ ਨਹੀਂ ਸੀ, ਠੀਕ ਸੀਗੀ, ਔਰ ਉਸ ਵੇਲੇ ਦੀ ਇੱਕ ਰੋਮਾਂਟਿਕ ਸੀ। ਜਿਹੜਾ ਰੋਮਾਂਸ ਹੈ ਨਾ, ਇਹ ਜ਼ਿਆਦਾ ਔਰਤਾਂ ਨੇ ਨਿਭਾਇਆ ਹੈ, ਇੱਕ ਕੋਮਲ ਚੀਜ਼ ਹੈ।
ਹਾਂਜੀ ਹੁਣ ਕੋਮਲਤਾ ਹੋਣੀ ਵੀ ਚਾਹੀਦੀ ਹੈ। ਉਹਨੇ ਨਿਭਾਇਆ ਕਿ ਅਸੀਂ ਜਿਹੜਾ ਅੱਖਰ ਸੀਗੇ, ਅਸੀਂ ਆਪਣੇ ਅੱਖਰ ਜ਼ਿੰਦਗੀ ਚਾਹੀ, ਅਸੀਂ ਆਪਣੇ ਅੱਖਰ ਦੀ ਜ਼ਿੰਦਗੀ ਗੁਜ਼ਾਰੀ, ਉਹਨੇ ਆਪਣੀ ਕਿਸਮ ਦੀ ਜ਼ਿੰਦਗੀ ਗੁਜ਼ਾਰੀ। ਲੇਕਿਨ ਕਿਉਂਕਿ ਉਹਦੇ 'ਚ ਮਰਦਾਨੀਆਂ ਗੱਲਾਂ ਵੀ ਸੀਗੀਆਂ। ਜਿਸ ਤਰ੍ਹਾਂ ਸਿਗਰਟ ਪੀ, ਮੇਰੇ ਨਾਲ ਬੈਠ ਕੇ ਸਿਗਰਟ ਪੀਤੀ, ਮੈਨੂੰ ਪਿਲਾਈ ਵੀ ਉਹਨੇ। ਲੇਕਿਨ ਉਹ ਲੋਕ ਇਸ ਗੱਲ ਨੂੰ ਬੁਰਾ ਮੰਨਦੇ ਸੀਗੇ। ਹਾਲਾਂਕਿ ਪਿੰਡਾਂ 'ਚ ਸਾਡੇ ਬੁੜੀਆਂ ਜਿਹੜੀ ਸੀ ਨਾ ਮੁਸਲਮਾਨਾਂ ਦੇ ਵੇਲੇ, ਹਾਂਜੀ ਉਹ ਹੁੱਕਾ ਪੀਂਦੀਆਂ ਸੀ। ਸਾਡੀਆਂ ਹਿੰਦੂ ਬੁੜੀਆਂ ਵੀ ਪੀਂਦੀਆਂ ਸੀ। ਹਾਂਜੀ ਬੀੜੀ ਦਾ ਚੱਲਣ ਤਾਂ ਹੁਣ ਵੀ ਨਾ ਹੈਗਾ ਬੀੜੀ ਨਹੀਂ, ਹੁੱਕਾ ਪੀ ਸਾਡੀ, ਕਿਉਂਕਿ ਸਾਡੀ ਜ਼ਮੀਨਾਂ ਸੀਗੀਆਂ, ਅਸੀਂ ਜ਼ਮੀਨਾਂ 'ਚ ਅਸੀਂ ਤੰਬਾਕੂ ਬੀਜਦੇ ਸੀ। ਹਾਂਜੀ ਅਸੀਂ ਬੀਜ ਕੇ ਪੀਪਾ ਭਰ ਲੈਂਦੇ ਸੀ ਐਡਾ ਵੱਡਾ, ਉਹ 'ਚੋਂ ਪੀ ਜਾਓ, ਜਿਹਨੂੰ ਲੋੜ ਦੀ ਲੋੜ ਦੀ ਇਸ ਤਰ੍ਹਾਂ ਔਰਤਾਂ ਵੀ ਪੀਂਦੀਆਂ ਸੀ। ਪਰ ਮੈਂ ਕਈ ਵਾਰ ਮੇਰੀ ਬੀਬੀ ਨੇ ਇੱਕ ਵਾਰੀ ਪੀਤੀ ਉੱਥੇ ਹੋਕੀ, ਅਤੇ ਮੈਂ ਕਿਹਾ, ਮੈਂ ਕਿਹਾ ਬੀਬੀ ਤੂੰ ਹੋਕੀ ਪੀ ਲਿਆ? ਕਹਿੰਦੀ ਉਹ ਨਹੀਂ, ਉਹ ਮੇਰੀ ਤਾਂ ਜਾੜ ਦੁਖਦੀ ਹੈ। ਚਲੋ ਸਭ ਦਾ ਆਪਣਾ ਆਪਣਾ ਵਾ, ਪਰ ਐਨੀ ਕੋਈ ਉਹੀ ਗੱਲ ਆ ਜਾਂਦੀ ਕਿ ਸਮਾਜ ਦੇ ਵਿੱਚ ਅਸੀਂ ਆਪ ਹੀ ਕੀਤਾ ਹੋਇਆ ਕਿ ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਨਹੀਂ, ਜੇ ਖੰਨੀ ਹੁੰਦੀ ਉਦੋਂ ਨਹੀਂ ਸੀ ਪੀਣੀ। ਉਹ ਪਿੰਡ ਸੀ, ਅਸੀਂ ਜਿੱਥੇ ਖੇਤੀ ਕਰਦਾ ਸੀ ਨਾ ਮੈਂ, ਉੱਥੇ ਪੀਤੀ, ਉੱਥੇ ਪੀਤੀ ਹੈ। ਔਰ ਅੰਮ੍ਰਿਤਾ ਤੇ ਉਸ ਮੈਂ ਹਾਂ ਨੈਚੁਰਲੀ ਉਹ ਤੇ ਤੁਹਾਡੇ ਅੰਮ੍ਰਿਤਾ ਜੀ ਤੇ ਬੀਬੀ ਤੁਹਾਡੇ ਇੱਕੋ ਹੀ ਉਹਦੇ 'ਚ ਹੋ ਗਏ ਕਿ ਉਸ ਜ਼ਮਾਨੇ 'ਚ ਵੀ ਇਹ ਸਭ ਕੁਛ ਚੱਲਦਾ ਸੀ। ਤੇ ਅੱਜ ਕੱਲ੍ਹ ਜਿੱਦਾਂ ਕਾਫੀ ਅੱਛਾ, ਤੁਸੀਂ ਸਾਹਿਲ ਔਰ ਇਮਰੋਜ਼ ਦੇ ਪਿਆਰ ਨੂੰ ਮਤਲਬ ਕਿਸ ਤਰ੍ਹਾਂ ਦੇਖਦੇ ਹੋ? ਅੰਮ੍ਰਿਤਾ ਦਾ ਕਿੱਦਾਂ ਦਾ ਮਤਲਬ ਸੀਗਾ ਕਿ ਸਾਹਿਲ ਵੀ ਉਹਨਾਂ ਦੀ ਜ਼ਿੰਦਗੀ 'ਚ ਆਏ ਔਰ ਉਹਨਾਂ ਨੇ ਉਹਨੂੰ ਪੂਰਾ ਸ਼ਰੇਆਮ ਮੰਨਿਆ, ਇੱਦਾਂ ਨਹੀਂ? ਉਹ ਤਾਂ ਜਿਹੜਾ ਉਹਦਾ ਮਤਲਬ ਸੀ ਇਹ, ਜਿਹੜਾ ਅਹਿਸਾਸ ਹੈ ਸੁਣੀ ਦਾ, ਉਹ ਅਹਿਸਾਸ ਤਾਂ ਇਹੀ ਹੋ ਸਕਦਾ ਵੀ ਉਹ ਪੀੜ ਛੋਟਾ ਹੈ, ਉਹ ਇੰਟੈਂਸਿਟੀ ਦਾ ਪੀੜ ਹੋਣਾ, ਉਹ ਤਾਂ ਯਾਦ ਰਹਿ ਗਿਆ। ਬੁਗਰਨਾ ਤਾਂ ਅਸੀਂ ਕਈ ਜਗ੍ਹਾ ਮੁਹੱਬਤ ਹੋ ਜਾਂਦੀ ਹੈ, ਕਿਤੇ ਨਹੀਂ ਹੁੰਦੀ ਹੈ, ਟੁੱਟ ਜਾਂਦੀ ਹੈ, ਦੁੱਖ ਵੀ, ਲੜਾਈ ਵੀ ਹੋ ਜਾਂਦੀ ਹੈ, ਸਭ ਕੁਛ ਹੋਣ ਦੇ ਕਿਸੇ ਨਾਲ ਜ਼ਿਆਦਾ ਨਹੀਂ ਹੈ। ਹੁਣ ਇਹ ਵੀ ਨਹੀਂ ਹੈ ਵੀ ਅਸੀਂ ਮਰ ਜਾਏਂਗੇ ਉਹਦੇ ਪਿੱਛੇ, ਉਹ ਸਾਡੇ ਪਿੱਛੇ ਮਰ ਗਈ, ਇਹ ਵੀ ਨਹੀਂ ਹੁੰਦਾ ਹੈ। ਇਹ ਤਾਂ ਜ਼ਿਗਜ਼ੈਗ ਹੈ, ਉੱਚੀ ਨੀਵੀਂ ਹੁੰਦੀ ਰਹਿੰਦੀ ਹੈ। ਕਦੀ ਮੁਹੱਬਤ ਉੱਚੀ ਹੋਵੇ, ਕਦੇ ਲਾਗੇ, ਕਦੇ ਨੇੜੇ ਹੋਵੇ, ਕਦੇ ਪਰੇ ਹੋਵੇ, ਉਸ ਜੀ ਕਦੇ ਗੋਲੀ ਮਾਰੋ, ਲੜਾਈ ਹੋ ਜਾਏ ਤੇ ਲੜਾਈ ਨਾ ਵੀ ਹੋਵੇ, ਅਸੀਂ ਮੁਹੱਬਤ 'ਚ ਵੀ ਕਹਿੰਦੇ ਹਾਂ ਗੋਲੀ ਮਾਰੋ। ਮੰਨਿਆ ਹੀ ਜਾਂਦਾ ਜਿੱਥੇ ਜ਼ਿਆਦਾ ਮੁਹੱਬਤ ਹੁੰਦੀ ਕਿ ਪਤਾ ਵੀ ਨਹੀਂ ਹੁੰਦਾ, ਤੇ ਉਨੀ ਨਫ਼ਰਤ ਵੀ ਹੋ ਜਾਂਦੀ ਹੈ। ਹਾਂ ਯੈਸ, ਨਫ਼ਰਤ ਵੀ ਹੁੰਦੀ ਹੈ, ਵੀ ਨਾਲ ਹੁੰਦੀ ਹੈ ਨਫ਼ਰਤ। ਹਾਂਜੀ, ਨਾਲ ਪੈਰਲਲ ਚੱਲਦੀ ਹੈ। ਹਾਂ, ਪੈਰਲਲ ਚੱਲਦੀ ਹੈ। ਮੈਂ ਇੱਕ ਕਹਾਣੀ ਜਿਹੀ ਲਿਖਤਾ ਸੀਗਾ, ਤੇ ਕਈਆਂ ਨੂੰ ਇਹ ਗੱਲ ਹੀ ਨਹੀਂ ਸਮਝ ਆਈ, ਕਹਿੰਦੀ ਨਾਲੇ ਮੁਹੱਬਤ ਕਰ ਰਹੀ ਹੈ ਨਾਲੇ ਨਫ਼ਰਤ ਕਰ ਰਹੀ ਹੈ। ਮੈਂ ਕਿਹਾ ਇਹ ਵੀ ਹੁੰਦਾ, ਇਹ ਵੀ ਹੁੰਦਾ ਕਿਤੇ, ਤੁਸੀਂ ਕੀਤੀ ਨਹੀਂ ਨਾ। ਮੈਂ ਹਾਂ ਸਹੀ ਹੈ, ਜਿਹਨੇ ਮੁਹੱਬਤ ਕੀਤੀ ਆ ਉਹਨਾਂ ਨੇ ਵੀ ਮੁਹੱਬਤ ਨੂੰ ਤਾਂ ਇੰਨਾ ਮਤਲਬ ਅੰਮ੍ਰਿਤਾ ਜੀ ਨੇ ਤੇ ਨਿਭਾਇਆ ਹੈ, ਲਿਖਿਆ ਹੈ। ਬਾਕੀਆਂ ਨੇ ਤਾਂ ਪੜ੍ਹੀ ਹੈ, ਤੁਸੀਂ ਤਾਂ ਮੈਂ ਪੜ੍ਹੀ ਹੈ ਕਿਤਾਬਾਂ ਤੇ। ਹਾਂਜੀ, ਅਸੀਂ ਜੀਵੀ ਹੈ। ਹਰ ਕਿਸੇ ਨੇ, ਮੈਨੂੰ ਲੱਗਦਾ ਕਿ ਜਿਹੜਾ ਵੀ ਜਨਮ ਲੈਂਦਾ ਮੁਹੱਬਤ ਨੂੰ ਜਿਹੜਾ ਉਹ ਜਿੰਦਾ ਤੇ ਹੈ ਹੀ ਆ ਇੱਕ ਵਾਰ, ਐਸੀ ਗੱਲ ਤੇ ਹੈ ਨਹੀਂ ਕਿ ਨਹੀਂ ਜਿੰਦਾ। ਇੱਕ ਹੋਰ ਮੈਂ ਹੁਣੇ ਹੀ ਆਈ ਹੈ ਅੱਛੀ ਗੱਲ, ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਹੀ ਲੇਖਿਕਾ ਸੀ, ਪਰ ਵਿੱਚ ਇੱਦਾਂ ਆ ਗਿਆ ਕਿ ਅੱਜ ਦੇ ਜਿਹੜੇ ਹੈਗੇ ਆ ਕੁਛ ਲੇਖਕਾਂ ਨਾਲ ਗੱਲ ਵੀ ਕਰੋ ਤੇ ਉਹ ਉਹਨੂੰ ਮੰਨਦੇ ਹੀ ਨਹੀਂ ਪੰਜਾਬੀ ਦੀ ਲੇਖਕ। ਉਹ ਕਹਿੰਦੇ ਉਹ ਹਿੰਦੀ, ਉਹਦਾ ਸਮਝ ਹੀ ਨਹੀਂ ਆਉਂਦਾ ਕਿ ਅੰਮ੍ਰਿਤਾ ਜਿਹੜੇ ਸੀਗੇ ਕਿ ਉਹ ਹਿੰਦੀ ਦੀ ਲੇਖਿਕਾ ਹੈ ਜਾਂ ਪੰਜਾਬੀ ਦੀ ਲੇਖਿਕਾ ਹੈ। ਇਹ ਕਨਫਿਊਜ਼ਨ ਕਿਉਂ ਪੈਦਾ ਹੋ ਗਈ? ਇਹ ਗੱਲ ਸਗੋਂ ਮੈਨੂੰ ਤਾਂ ਪੋਜ਼ੀਟਿਵ ਲੱਗਦੀ ਹੈ, ਕਿਉਂਕਿ ਜਿਸ ਉਹਦੀ ਪੰਜਾਬੀ 'ਚ ਇੰਨੀ ਸ਼ਕਤੀ ਵਾਲੀ ਚੀਜ਼ ਸੀ ਵੀ ਉਹ ਹਿੰਦੀ ਵਾਲੇ ਵੀ ਉਹਦੇ ਪਾਸੇ ਝੁਕ ਜਾਂਦੇ ਸੀ ਕਿ ਉਹ ਕਹਿੰਦੇ ਇਹ ਬਹੁਤ ਅੱਛੀ ਹੈ। ਉਹ ਤਰਜਮਾ ਵੀ ਉਹ ਕਰਨ ਵਾਲੇ ਵੀ ਉਹਦੇ ਕਾਲ 'ਚ ਪੈਂਦੇ ਨੇ, ਉਹਨੂੰ ਮਿਲ ਨਹੀਂ ਆ ਜਾਂਦੇ ਸੀਗੇ। ਮਤਲਬ ਸ਼ਖਸੀਅਤ ਹੀ ਇੰਨੀ ਕਮਾਲ ਸੀ, ਅਸੀਂ ਇਹ ਕਹਿ ਸਕਦੇ ਨਾ ਕਿ ਸ਼ਖਸੀਅਤ ਹੀ ਸੀ ਕਮਾਲ। ਅੱਛਾ, ਉਹਨੇ ਨਾਲ ਦੀ ਨਾਲ ਹਿੰਦੀ ਛਪੀ ਜਾਂਦੀ ਸੀ, ਹਿੰਦੀ 'ਚ ਵੀ ਕਿਤਾਬਾਂ ਛਪੀਆਂ ਹੋਈਆਂ। ਹਿੰਦੀ 'ਚ ਵੀ ਤਕਰੀਬਨ ਮੈਨੂੰ ਲੱਗਦਾ ਕਿ ਜਿੰਨੀਆਂ ਵੀ ਭਾਰਤ 'ਚ ਬੋਲੀ ਜਾਂਦੀਆਂ ਭਾਸ਼ਾਵਾਂ ਸਭ 'ਚ, ਹੋਰ ਭਾਸ਼ਾਵਾਂ 'ਚ ਮੈਨੂੰ ਨਹੀਂ ਪਤਾ, ਹਿੰਦੀ 'ਚ ਮੈਂ ਦੇਖੀ ਹੈ। ਹਿੰਦੀ 'ਚ ਮੈਂ ਦੇਖੀਆਂ। ਉਹ ਪਹਿਲੀ ਮਤਲਬ ਲੇਖਿਕਾ ਸੀਗੀ ਜਿਨ੍ਹਾਂ ਦੀ ਮਤਲਬ ਸਭ ਤੋਂ ਜ਼ਿਆਦਾ ਅਨੁਵਾਦ ਹਰ ਭਾਸ਼ਾ 'ਚ ਹੋਈ ਹੈ।
ਹਿੰਦੀ 'ਚ ਵੀ, ਬਾਕੀ ਭਾਸ਼ਾ 'ਚ ਵੀ, ਬੰਗਾਲ 'ਚ ਵੀ, ਹਰ 'ਚ ਉਹ ਸਭ ਪਹਿਲੇ ਹੀ ਲਿਖਦਾ ਸੀ। ਹਾਂ, ਆਪ ਨਹੀਂ ਸੀ ਉਹ ਬੋਲਦੀ ਹੈ ਹਿੰਦੀ, ਹਾਂ, ਜਿਵੇਂ ਹਿੰਦੀ ਵਾਲੇ ਬੋਲਣ ਲੱਗ ਜਾਂਦੇ ਨਾ ਹਿੰਦੀ, ਹਾਂਜੀ। ਉਹ ਨਹੀਂ ਸੀ, ਆਪ ਨਹੀਂ ਸੀ ਬੋਲਦੀ, ਪੰਜਾਬੀ ਹੀ ਉਹ ਬੋਲਦੇ ਵੀ ਸੀ। ਗੱਲਾਂ ਕਰਦੇ ਆ ਪੰਜਾਬੀ ਬੋਲਦੀ। ਜਦੋਂ ਪੰਜਾਬ ਦੀ ਸੀ ਹਾਂ, ਤੇ ਪੰਜਾਬੀ ਬੋਲਣਗੇ, ਪੰਜਾਬੀ ਨਾਲ ਤੇ ਵੈਸੇ ਵੀ ਲਗਾਵ ਰਹਿੰਦਾ ਹੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਮਿਹਰਬਾਨੀ ਸਮੇਂ ਕੱਢਿਆ। ਜਨਾਬ, ਤੁਸੀਂ ਸਾਡੇ Thank ਘਰ you. ਆਏ ਤੇ ਇੰਨੀ ਵੱਡੀ ਵੱਡੀ ਗੱਲ ਹੋ ਗਈ ਸਾਡੇ ਵਾਸਤੇ, ਧੰਨਵਾਦ। ਨਰੈਣੀ ਘਰ ਆ ਗਏ।